ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਖਾਲੀ ਕਰਵਾਉਣ ਦਾ ਸਿਲਸਿਲਾ ਜਾਰੀ ਹੈ। ਅੱਜ ਗੁਰਦਾਸਪੁਰ ਹਲਕੇ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਗੁਰਦਾਸਪੁਰ ਵਿੱਚ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕਾਹਨੂੰਵਾਨ ਹਲਕੇ ਨਾਲ ਸੰਬੰਧਿਤ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਜੋ ਵੀ ਕਾਸ਼ਤਕਾਰ ਕਿਸਾਨ ਹਨ ਜਿਨ੍ਹਾਂ ਦੇ ਕੋਲ ਪੰਚਾਇਤੀ ਜ਼ਮੀਨਾਂ ਹਨ ਉਹਨਾਂ ਨੂੰ ਉਹ ਜ਼ਮੀਨ ਸਭ ਤੋਂ ਪਹਿਲਾਂ ਠੇਕੇ ਤੇ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਜਲਦ ਹੀ ਇੱਕ ਪਾਲਿਸੀ ਬਣਾਉਣ ਜਾ ਰਹੀ ਹੈ ਜਿਸ ਤਹਿਤ ਜਿਨ੍ਹਾਂ ਕਿਸਾਨਾਂ ਨੇ ਜ਼ਮੀਨਾਂ ਨੂੰ ਆਬਾਦ ਕੀਤਾ ਹੈ ਉਹਨਾਂ ਨੂੰ ਜ਼ਮੀਨ ਖਰੀਦਣ ਲਈ ਪਹਿਲ ਹੋਵੇਗੀ ਅਤੇ ਇਸ ਨਾਲ ਕਿਸਾਨਾਂ ਨੂੰ ਜ਼ਮੀਨ ਮਿਲ ਜਾਵੇਗੀ ਅਤੇ ਸਰਕਾਰੀ ਖਜ਼ਾਨੇ ਤੇ ਵੀ ਪੈਸੇ ਆਉਣਗੇ। ਇੱਕ ਵਿਧਾਇਕ ਇੱਕ ਪੈਨਸ਼ਨ ਵਾਲੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਗਵਰਨਰ ਵੱਲੋਂ ਬਿਨਾਂ ਸਾਈਨ ਕੀਤੇ ਉਸ ਫਾਈਲ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਪਰ ਉਹ ਜਲਦ ਇਜਲਾਸ ਵਿੱਚ ਇਸ ਕਾਨੂੰਨ ਨੂੰ ਪਾਸ ਕਰਨਗੇ ਅਤੇ ਕਿਹਾ ਕਿ ਪੰਜਾਬ ਵਿੱਚ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲੇਗੀ। ਦੇਖੋ ਗੁਰਦਾਸਪੁਰ ਤੋਂ ਹਰੀਸ਼ ਕੱਕੜ ਦੀ ਵਿਸ਼ੇਸ਼ ਰਿਪੋਰਟ। ਅਸੀਂ ਪੰਜਾਬ ਵਿੱਚ ਜਿਹੜਾ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਦੇ ਉੱਤੇ ਤੇ ਸਰਕਾਰੀ ਜ਼ਮੀਨਾਂ ਦੇ ਉੱਤੇ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ, ਉਹ ਕਬਜ਼ਾ ਛਡਾਉਣ ਵਾਲੀ ਮੁਹਿੰਮ ਜਿਹੜੀ ਹੈ ਉਹ 1 ਮਈ ਤੋਂ ਅਸੀਂ ਸ਼ੁਰੂ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ। ਸਾਡੇ ਕੋਲ ਅੰਦਾਜ਼ਨ 50,000 ਏਕੜ ਜ਼ਮੀਨ ਇੱਦਾਂ ਦੀ ਹੈ ਜਿਹੜੀ ਅਸੀਂ ਅਗਲੇ ਦਿਨਾਂ ਦੇ ਵਿੱਚ ਛਡਾਉਣੀ ਹੈ, ਪਰ ਅਸੀਂ ਅਜੇ ਜਿਹੜਾ ਆਪਣਾ ਫੋਕਸ ਆ ਉਹ ਖੇਤੀਬਾੜੀ ਵਾਲੀਆਂ ਜ਼ਮੀਨਾਂ ਤੇ ਕੀਤਾ ਕਿਉਂਕਿ 10 ਜੂਨ ਤੋਂ ਬਾਅਦ ਝੋਨਾ ਲੱਗਣਾ ਸ਼ੁਰੂ ਹੋ ਜਾਣਾ। ਅਸੀਂ ਪਹਿਲਾਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਛਡਾ ਰਹੇ, ਉਸ ਤੋਂ ਬਾਅਦ ਅਸੀਂ ਮੋਹਾਲੀ ਦੇ ਚਾਸਪੇ ਦੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਉੱਥੇ ਜਿਹੜੀਆਂ ਸਾਡੀਆਂ ਜ਼ਮੀਨਾਂ ਉਸ ਤੋਂ ਬਾਅਦ ਅਸੀਂ ਉੱਥੇ ਆਪਣਾ ਫੋਕਸ ਜਿਹੜਾ ਕਰਾਂਗੇ। ਅੱਜ ਮੈਨੂੰ ਬਹੁਤ ਖੁਸ਼ੀ ਹੋਈ ਗੁਰਦਾਸਪੁਰ ਦੇ ਵਿੱਚ ਆਪਾਂ ਬੈਠੇ ਹਾਂ। ਅੱਜ ਸਾਡੇ ਕਿਸਾਨਾਂ ਨੇ ਕਾਹਨੂੰਵਾਨ ਹਲਕੇ ਦੇ ਸਾਡੇ ਕਿਸਾਨਾਂ ਨੇ ਸਾਡੇ ਕਿਸਾਨ ਆਗੂ ਕਵਲਜੀਤ ਸਿੰਘ ਕਾਕੀ ਜੀ ਦੀ ਪ੍ਰੇਰਨਾ ਨਾਲ ਜਗਰੂਪ ਸਿੰਘ ਸੇਖਵਾਂ ਜੀ ਸਾਡੇ ਇੱਥੇ ਲੀਡਰ ਨੇ, ਇਹਨਾਂ ਦੀ ਪ੍ਰੇਰਨਾ ਦੇ ਨਾਲ ਡੀਸੀ ਸਾਹਿਬ ਬੈਠੇ ਆ, ਐਸਐਸਪੀ ਸਾਹਿਬ ਬੈਠੇ ਆ, ਗੁਰਦਾਸਪੁਰ ਦੇ ਡੀਡੀਪੀਓ ਸਾਹਿਬ ਬੈਠੇ ਆ, ਏਡੀਸੀ ਸਾਹਿਬ ਬੈਠੇ ਆ, ਸਾਰੇ ਵੀਡੀਓ ਸਾਹਿਬ, ਸਾਡੇ ਸ਼ਹਿਰੀ ਕਲਸੀ ਜੀ ਐਮਐਲਏ, ਸਾਡੇ ਪਾਰਟੀ ਦੇ ਸਾਰੇ ਲੀਡਰ ਅੱਜ ਇੱਥੇ ਬੈਠੇ ਆ। ਇਹਨਾਂ ਦੀ ਪ੍ਰੇਰਨਾ ਦੇ ਨਾਲ 50 ਕਿਸਾਨਾਂ ਨੇ ਕਾਹਨੂੰਵਾਨ ਬੇਟ ਤੇ ਉੱਥੇ ਇੱਕ ਮੇਹੜੇ ਪਿੰਡ ਹੈ, ਉੱਥੇ ਕਾਹਨੂੰਵਾਨ ਬੇਟ ਦੇ ਵਿੱਚ 37 ਏਕੜ ਤੇ ਮੇੜੇ ਦੇ ਵਿੱਚ ਜਿਹੜਾ 82 ਏਕੜ ਜ਼ਮੀਨ ਆਪ ਇੱਥੇ ਆ ਕੇ ਆਪ ਕਿਸਾਨ ਦੇ ਕੇ ਗਏ ਕਿ ਆ ਲਓ ਜੀ ਤੇ ਸਾਨੂੰ ਲੀਜ਼ ਤੇ ਦੇ ਦਿਓ। 119 ਏਕੜ ਟੋਟਲ ਜ਼ਮੀਨ ਹੈ ਔਰ ਇਹਨਾਂ ਨੇ ਕਿਹਾ ਕਿ ਅਸੀਂ ਜ਼ਮੀਨ ਨੂੰ ਵਾਹੀਯੋਗ ਬਣਾਇਆ ਸੀਗਾ, ਇਸ ਕਰਕੇ ਇਹਨਾਂ ਨੂੰ ਹੀ ਪਹਿਲ ਦਿੱਤੀ ਹੈ। ਉਹੀ ਜ਼ਮੀਨ ਇਹਨਾਂ ਕਿਸਾਨਾਂ ਨੂੰ ਦੁਬਾਰਾ ਅਸੀਂ 3 ਸਾਲ ਲਈ ਜਿਹੜਾ ਉਹ ਲੀਜ਼ ਤੇ ਉੱਤੇ ਦਿੱਤੀ ਹੈ। ਸਰ ਜੇ ਬਾਕੀ ਪੰਜਾਬ ਦੇ ਵਿੱਚ ਪਹਿਲਾਂ ਮੈਨੂੰ ਬੋਲ ਲੈਣ ਦਿਓ ਸਰ। ਅਸੀਂ 3 ਸਾਲ ਵਾਸਤੇ ਇਹਨਾਂ ਨੂੰ ਲੀਜ਼ ਤੇ ਦਿੱਤੀ ਹੈ। ਪੰਜਾਬ ਸਰਕਾਰ ਜਲਦੀ, ਮਾਨ ਸਾਹਿਬ ਦੀ ਸਰਕਾਰ ਜਲਦੀ ਇੱਕ ਪਾਲਿਸੀ ਬਣਾ ਰਹੀ ਹੈ ਕਿ ਜੇ ਜਿਨ੍ਹਾਂ ਨੇ ਜ਼ਮੀਨ ਵਾਹੀਯੋਗ ਬਣਾਈ ਸੀਗੀ, ਜੇ ਉਹ ਲੋਕ ਜ਼ਮੀਨ ਮੁੱਲ ਲੈਣੀ ਚਾਹੁੰਦੇ ਆ ਤੇ ਸਰਕਾਰ ਉੱਤੇ ਇੱਕ ਪਾਲਿਸੀ ਤਿਆਰ ਕਰ ਰਹੀ ਹੈ। ਜਦੋਂ ਪਾਲਿਸੀ ਤਿਆਰ ਹੋ ਗਈ ਅਸੀਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਆਬਾਦ ਕੀਤੀ, ਜਿਨ੍ਹਾਂ ਨੇ ਵਾਹੀਯੋਗ ਬਣਾਈ ਹੈ, ਪਹਿਲਾ ਮੌਕਾ ਉਹਨਾਂ ਨੂੰ ਦਾਂਗੇ ਕਿ ਜੇ ਤੁਸੀਂ ਜ਼ਮੀਨ ਲੈਣੀ ਹੈ, ਜੋ ਉਸ ਸਮੇਂ ਕਲੈਕਟਰ ਰੇਟ ਹੋਊਗਾ, ਗੌਰਮੈਂਟ ਦਾ ਜਿਹੜਾ ਕਲੈਕਟਰ ਰੇਟ ਹੋਊਗਾ ਉਹਦੇ ਅਨੁਸਾਰ ਜਿਹੜਾ ਇਹਨਾਂ ਨੂੰ ਜ਼ਮੀਨ ਦੇ ਮਾਲਕ ਵੀ ਬਣਾਵਾਂਗੇ। ਪਰ ਹੁਣ ਅਸੀਂ ਅੱਜ ਫੈਸਲਾ ਕੀਤਾ ਕਿ ਜਿੰਨਿਆਂ ਕਿਸਾਨਾਂ ਨੇ ਜ਼ਮੀਨ ਛੱਡੀ ਹੈ ਅਗਲੇ 3 ਸਾਲਾਂ ਲਈ 20,000 ਰੁਪਈਆ ਪਰ ਏਕੜ ਜਿਹੜਾ ਠੇਕਾ ਲੀਜ਼ ਜਿਹਨੂੰ ਕਹਿੰਦੇ ਆ ਸਾਲ ਦਾ, ਉਹ ਅਸੀਂ ਕੀਤਾ। ਹਰ ਸਾਲ ਕਿਉਂਕਿ 20% ਇਨਕਰੀਜ਼ ਹੋਣਾ ਹੁੰਦਾ, 2,000 ਰੁਪਈਆ ਜਿਹੜਾ ਠੇਕਾ ਵਾਜੂਗਾ ਉਹ ਅਸੀਂ ਇਹਨਾਂ ਨੂੰ ਅੱਜ ਇਹ ਜ਼ਮੀਨ ਜਿਹੜੀ ਹੈ ਉਹ ਦਿੱਤੀ ਹੈ। ਔਰ ਸਾਡਾ ਪੇਪਰ ਵਰਕ ਜਿਹੜਾ ਸਾਡੇ ਅਫਸਰ ਜਿਹੜੇ ਆ
ਉਹ ਇਹਨਾਂ ਕਿਸਾਨਾਂ ਦਾ ਸਾਰਾ ਜਿਹੜਾ ਕੰਪਲੀਟ ਕਰ ਲੈਣਗੇ। ਮੈਂ ਤੁਹਾਡੇ ਰਾਹੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਪੀਲ ਜਿਹੜੀ ਹੈ ਸਮੁੱਚੇ ਪੰਜਾਬੀਆਂ ਨੂੰ ਕਰਨਾ ਚਾਹੁੰਦਾ। ਪਹਿਲਾਂ ਵੀ ਮਾਨ ਸਾਹਿਬ ਨੇ ਕਿਹਾ ਸੀਗਾ ਸਾਡਾ ਉਹ ਟਾਈਮ ਜਿਹੜਾ 31 ਮਈ ਨੂੰ ਖਤਮ ਹੋ ਜਾਣਾ ਸੀ, ਪੁਰਾਣਾ ਖਰਚਾ ਤੇ ਨਵਾਂ ਪਰਚਾ। ਪਰ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ ਸੀਗੀ, ਉਹ ਸਮਾਂ ਹੀ 30 ਜੂਨ ਤੱਕ ਕੀਤਾ। 30 ਜੂਨ ਤੱਕ ਜਿਹੜੇ ਕਿਸਾਨ ਆਪੇ ਇੱਦਾਂ ਜ਼ਮੀਨਾਂ ਛੱਡ ਦੇਣਗੇ ਉਹਨਾਂ ਨੂੰ ਹਰ ਚੀਜ਼ ਦੇ ਵਿੱਚ ਪਹਿਲ ਦੇਵਾਂਗੇ। 30 ਜੂਨ ਤੋਂ ਬਾਅਦ ਜਿਹਨੇ ਨਾ ਛੱਡੀ ਉਹਦੇ ਤੇ ਫਿਰ ਪੁਰਾਣਾ ਖਰਚਾ ਵੀ ਤੇ ਨਵਾਂ ਪਰਚਾ ਵੀ। ਜੋ ਕੁਝ ਮਾਨ ਸਾਹਿਬ ਨੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਉਹ ਫਿਰ ਉਸ ਘੇਰੇ 'ਚ ਆ ਜਾਣਗੇ। ਸੋ ਅੱਜ ਮੈਂ ਗੁਰਦਾਸਪੁਰ ਇਸ ਕਰਕੇ ਇਹਨਾਂ ਕਿਸਾਨਾਂ ਨੂੰ ਖੁਦ ਮਿਲਣਾ ਆ। ਮੈਂ ਇੱਕ ਵਾਰ ਫਿਰ ਆਪਣੇ ਪਾਰਟੀ ਦੇ ਕਾਨੂੰਨ ਹਲਕਾ ਕਾਦੀਆਂ ਹਲਕੇ ਦੇ ਆਗੂ ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਔਰ ਕਿਸਾਨ ਲੀਡਰ ਕਾਕੀ ਜੀ ਕਬਲਜੀਤ ਸਿੰਘ ਕਾਕੀ ਜੀ ਦਾ, ਇਹਨਾਂ ਸਾਰੇ ਕਿਸਾਨਾਂ ਦਾ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਅੱਜ ਪਹਿਲ ਕਦਮੀ ਕਰਕੇ ਇਹ ਜ਼ਮੀਨ ਜਿਹੜੀ ਹੈ ਆਪ ਕਿਸਾਨਾਂ ਨੂੰ ਜਿਹੜੀ ਉਹ ਛੱਡੀ ਹੈ। ਮੈਂ ਇਸ ਕਰਕੇ ਆਇਆ ਸੀ, ਜੇ ਕੋਈ ਤੁਹਾਡਾ ਸਵਾਲ ਹੈ ਉਹ ਤੁਸੀਂ ਕਰ ਸਕਦੇ ਹੋ। ਆਰਡੀਨੈਂਸ ਜਿਹੜਾ ਤੁਸੀਂ ਭੇਜਿਆ ਸੀ ਗਵਰਨਰ ਸਾਹਿਬ ਕੋ ਕਿ ਇੱਕ ਵਿਧਾਇਕ ਇੱਕ ਪੈਨਸ਼ਨ, ਉਹਨਾਂ ਨੇ ਸਾਈਨ ਕੀਤੇ ਬਗੈਰ ਹੀ ਵਾਪਸ ਭੇਜਤਾ। ਉਹ ਕਹਿੰਦੇ ਕਿ ਵਿਧਾਨ ਸਭਾ ਦੇ ਇਜਲਾਸ 'ਚ ਪਹਿਲਾਂ ਕਾਨੂੰਨ ਬਣਾਓ ਫਿਰ ਲਿਆਓ। ਤੇ ਕੋਈ ਨਹੀਂ, ਕਾਨੂੰਨ ਬਣਾ ਲਾਂਗੇ, ਫਿਰ ਕੀ ਹੋਇਆ, ਬਣਾ ਦਿਆਂਗੇ ਜੀ ਕਾਨੂੰਨ। ਪਰ ਇੱਕ ਗੱਲ ਪੱਕੀ ਨੋਟ ਕਰ ਲਓ, ਇੱਕ ਐਮਐਲਏ ਨੂੰ ਇੱਕ ਹੀ ਪੈਨਸ਼ਨ ਮਿਲੂਗੀ ਜੀ, ਬਸ। ਜੋ ਵੀ ਕਾਨੂੰਨ 'ਚ ਸੋਧ ਕਰਨੀ ਵੀ ਉਹ ਕਰ ਲਾਂਗੇ। ਸੁਨਾਮ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਹੀ ਭਗਵੰਤ ਮਾਨ ਦੀ ਭੈਣ ਦੇ ਪੋਸਟਰ ਲੱਗੇ ਨੂੰ ਕਿੱਦਾਂ ਦੇਖਦੇ? ਬਿਲਕੁਲ ਗਲਤ ਹੈ ਜੀ, ਕਿਤੇ ਪੋਸਟਰ ਨਹੀਂ ਲੱਗੇ। ਐਵੇਂ ਉਹ ਸੋਸ਼ਲ ਮੀਡੀਆ ਵਾਲੇ ਵਿਰੋਧੀ ਜਿਹੜੇ ਆ, ਪਾਰਟੀ ਫੈਸਲਾ ਕਰੂਗੀ, ਜਿਹਨੂੰ ਟਿਕਟ ਦੋਗੇ ਸਭ ਲੋਕ ਉੱਥੇ ਆਪਣੇ ਉਮੀਦਵਾਰ ਨੂੰ ਜਿਤਾਉਣ ਜਾਓ। ਸਰਕਾਰ ਬਣਾਉਣ ਤੋਂ ਪਹਿਲਾਂ ਮਾਈਨਿੰਗ ਦੇ ਬੜੇ ਵੱਡੇ ਦਾਅਵੇ ਸੀ ਜੀ। ਗੁਰਦਾਸਪੁਰ ਜਿਹੜਾ ਡਿਸਟ੍ਰਿਕਟ ਹੈ ਇਹ ਮਾਈਨਿੰਗ ਦਾ ਗੜ੍ਹ ਮੰਨਿਆ ਜਾਂਦਾ ਹੈ। ਅੱਜ ਵੀ ਮਾਈਨਿੰਗ ਜਿਹੜੀ ਇੱਥੇ ਚੱਲ ਰਹੀ ਹੈ ਜੀ, ਇਹ ਕਦੋਂ ਤੱਕ ਇਹਦੇ ਉੱਤੇ ਨਕੇਲ ਪੈ ਜਾਏਗੀ? ਜੇ ਜਿੱਥੇ ਗੈਰ ਕਾਨੂੰਨੀ ਉਹ ਖੱਡ ਦੱਸੋ ਮੈਨੂੰ। ਇਹ ਮਾਈਨਿੰਗ ਸਰਕਾਰ ਨੇ ਨਹੀਂ ਸਾਡੀ ਮਾਈਨਿੰਗ ਜਿਹੜੀ ਪਹਿਲਾਂ ਸੁਣੋ, ਸਾਡੀ ਲੀਗਲ ਮਾਈਨਿੰਗ। ਖਾਸ ਤੌਰ ਤੇ ਮੈਂ ਦੇ ਦੇਣਾ ਜੀ ਜਵਾਬ। ਮੇਰੀ ਗੱਲ ਸੁਣੋ, ਮੇਰੀ ਦੇ ਗੱਲ ਵਿੱਚ ਸਰ ਖਾਸ ਤੌਰ ਸਾਡੀ ਮੇਰੀ ਗੱਲ ਸੁਣੋ, ਮੇਰੀ ਗੱਲ ਉੱਥੇ ਸਰ ਪਰਚੀ ਕੱਟੀ ਜਾ ਰਹੀ ਹੈ ਕਿ ਜਿਹੜੀ ਬਿਲਕੁਲ ਇਨਲੀਗਲ ਹੈ। ਸਾਡੀ ਮੇਰੀ ਗੱਲ ਸੁਣੋ, ਸਾਡੇ ਕੋਲ ਐਵੀਡੈਂਸ ਨੇ ਜੀ, ਵੀਡੀਓ ਅਸੀਂ ਵਾਲਾ ਜਿਹੜਾ ਸਰਕਾਰ ਦੀ ਪਾਲਿਸੀ ਹੈ, ਸਾਡੀਆਂ ਲੀਗਲ ਖੱਡਾਂ ਚੱਲ ਰਹੀਆਂ, ਨਵੀਆਂ ਹੋਰ ਖੱਡਾਂ ਅਗਲੇ ਦਿਨਾਂ ਦੇ ਵਿੱਚ ਮਾਨ ਸਾਹਿਬ ਉਹਦੀ ਪਾਲਿਸੀ ਤਿਆਰ ਕਰ ਰਹੇ, 2-4 ਦਿਨ ਦੇ ਵਿੱਚ ਉਹ ਆ ਜਾਣਗੇ। ਇਹ ਮੈਂ ਤੁਹਾਨੂੰ ਇੱਕ ਗੱਲ, ਬਾਕੀ ਸਵਾਲ ਫੇਰ ਕਰਿਓ, ਮੇਰੀ ਗੱਲ ਧਿਆਨ ਨਾਲ ਸੁਣ ਲਿਓ। ਲਾਸਟ ਸਵਾਲ ਤੁਹਾਨੂੰ ਕਹਿਣ ਲੱਗਾ, ਮਾਨ ਸਾਹਿਬ ਦੀ ਸਰਕਾਰ 'ਚ ਨਾ ਰੇਤ ਮਾਫੀਆ, ਨਾ ਡਰੱਗ ਮਾਫੀਆ, ਨਾ ਟਰਾਂਸਪੋਰਟ ਮਾਫੀਆ, ਜਿੰਨੇ ਮਾਫੀਆ ਹੈ ਜੀ, ਅਜੇ ਤਾਂ 2 ਮਹੀਨੇ ਹੋਏ ਸਰਕਾਰ ਬਣੀ ਨੂੰ ਸਰ, ਜਿੰਨੇ ਮਾਫੀਆ ਇਹ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਖਤਮ ਕਰ ਦੇਣਗੇ। ਵਾਹਿਗੁਰੂ ਜੀ ਕਾ